हित कर। कबीर कोठी मंडप हित कर। काही मरों सवार। कारज साढ़े तीन हाथ। कणी तां पौणे चार। कबीर माटी की हम पुतरी। मानस राखी नाऊं। दिवस चार की पौने। वड वड रूंदा ठाऊं। जल की पीता पवन का थंबा। रकत बूंद का गारा। हाड मास नाड़ी को पिंजर। पंखी वसै विचार। प्राणी क्या मीरा की अतीरा। जैसी तरवर पंख वसीरा। राव राखू कंध उसारू नीवा। साढ़े तीन हाथ तेरी सीवा। वंके वाल पाग सिर डीरी। ए तन हुई गू भस्म की टेरी। मेरी जात कमीनी पात कमीनी। ऊंचा जन्म हमारा। तुम शरणागत राजा रामचंद। कह रविदास चमारा। तुम शरणागत राजा रामचंद। कह रविदास चमारा। परम सन्मानयोग जुगू जुगी अटल ਸਾਹਿਬ सतगुरु श्री गुरु ग्रंथ ਸਾਹਿਬ महाराज निगी गोद के अंदर उदासी डीरा संतवा टहलदास महाराज तपो स्थान लुधियाने विखे मेरे माधो जी सत संगत मिले सो तरिया। बड़ भागी साध संग प्रापत तिन भेटत दुरमत खोई। बिन भागां सत संग न लभै बिन संगत मैल भरीजै जियो। सतगुरु दी चरणां दे अंदर संगत रूप हो करके ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀ ਆਦਰਣੀ ਸਤਿਕਾਰਯੋਗ ਸਾਧ ਸੰਗਤ ਜੀ। ਜੈ ਗੁਰਦੇਵ ਧੰਨ ਗੁਰਦੇਵ। ਜੈ ਸਤਿਗੁਰੂ ਰਵਿਦਾਸ ਜੀ। ਧੰਨ ਸਤਿਗੁਰੂ ਰਵਿਦਾਸ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਦਰਣੀ ਸਤਿਕਾਰਯੋਗ ਸਾਧ ਸੰਗਤ ਜੀ, ਅੱਜ ਦਾ ਪਾਵਨ ਸ਼ਬਦ ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮੁਖਾਰਬਿੰਦ ਤੋਂ ਉਚਾਰਨ ਕੀਤਾ ਗਿਆ। ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ। ਇਹ ਪਾਵਨ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਾਗ ਸੋਰਠ ਅਤੇ ਅੰਗ 659 ਤੇ ਸੁਭਾਈਮਾਨ ਹੈ। ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਇਸ ਪਾਵਨ ਸ਼ਬਦ ਦੇ ਅੰਦਰ ਸਰੀਰ ਦੀ ਬਣਤਰ ਬਾਰੇ ਸਾਹਿਬ ਪਾਤਸ਼ਾਹ ਸਾਨੂੰ ਸੰਸਾਰੀ ਜੀਵਾਂ ਨੂੰ ਗਿਆਨ ਬਖਸ਼ਦੇ ਨੇ। ਤੇ ਸਾਧ ਸੰਗਤ ਦੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਪਾਵਨ ਬਚਨ ਹਨ। जैसे तो मुराल माल जाई बहसत है मानसर मुक्ता अमूल खाई खाई विगसात है। जिमें हंसां दी डार मान सरोवर ते जाके बैठी ते अमूलक मोती चुगदे ने ते परमेश्वर दी धन्नवाद अंदर मिठे मिठे बोली बोलदे ने। जैसे तो
ਅਨਕ ਪ੍ਰਕਾਰ ਪਾਕਸਾਲ ਜਾਈ ਬੈਸਤ ਹੈ ਧਰਮਸਾਲ। ਜਿਵੇਂ ਸੱਜਣ ਦੋਸਤ ਸੰਗਤ ਰੂਪ ਹੋ ਕਰਕੇ ਰਸੋਖਾਨੇ ਵਿੱਚ ਬੈਠਦੇ ਨੇ, 36 ਤਰ੍ਹਾਂ ਦੇ ਭੋਜਨ ਖਾਂਦੇ ਨੇ ਤੇ ਪਰਮੇਸ਼ਰ ਦਾ ਧੰਨਵਾਦ ਕਹਿੰਦੇ ਕਰਦੇ ਨੇ ਤੇ ਰਸ ਲੈਂਦੇ ਨੇ। ਜੈਸੇ ਤਰਵਰ ਕੀ ਛਾਇਆ ਜਾਏ ਬੈਸਤ ਅਨੇਕ ਪੰਛੀ ਖਾਈ ਮਦਰ ਫਲ ਮਦਰ ਵਚਨ ਸੁਹਾਤ ਹੈ। ਜਿਵੇਂ ਫਲਦਾਰ ਬੂਟੇ 'ਤੇ ਅਨੇਕਾਂ ਪੰਛੀ ਬੈਠਦੇ ਨੇ, ਫਲ ਖਾਂਦੇ ਨੇ ਤੇ ਮਿੱਠੇ ਮਿੱਠੇ ਬੋਲ ਬੋਲਦੇ ਨੇ। ਤੈਸੇ ਗੁਰ ਸਿੱਖ ਮਿਲ ਬੈਠਦਾ ਧਰਮਸਾਲ ਸ਼ਬਦ ਅਨਾਹਦ ਰਸ ਅੰਮ੍ਰਿਤ ਅਘਾਤ ਹੈ। ਇਵੇਂ ਗੁਰੂ ਕੀਆਂ ਲਾੜੀਆਂ ਸੰਗਤਾਂ ਸੰਗਤ ਰੂਪ ਹੋ ਕਰਕੇ ਸਤਿਗੁਰੂ ਦੇ ਚਰਨਾਂ ਵਿੱਚ ਜੁੜ ਕੇ ਬੈਠਦੀਆਂ ਨੇ ਤੇ ਸਤਿਗੁਰੂ ਦੇ ਚਰਨਾਂ ਦਾ ਧਿਆਨ ਧਾਰਦੇ ਹੋਏ ਸਤਿਗੁਰੂ ਦੇ ਪਾਵਨ ਸ਼ਬਦ ਨੂੰ ਹਿਰਦੇ ਵਿੱਚ ਵਸਾ ਕਰਕੇ ਸ਼ਬਦ ਦਾ ਰਸ ਪ੍ਰਾਪਤ ਕਰਦੇ ਨੇ, ਚੱਖਦੇ ਨੇ। ਤੇ ਅੱਜ ਦਾ ਪਾਵਨ ਸ਼ਬਦ ਜਿਸ ਦੇ ਅੰਦਰ ਪਾਤਸ਼ਾਹ ਬਚਨ ਕਰਦੇ ਨੇ, ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਰ, ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਵਸੇ ਵਿਚਾਰ। ਪ੍ਰਾਨੀ ਕਿਆ ਮੇਰਾ ਕਿਆ ਤੇਰਾ, ਜੈਸੀ ਤਰਵਰ ਪੰਖ ਵਸੇਰਾ। ਸਾਹਿਬ ਸਾਨੂੰ ਸੰਸਾਰੀ ਜੀਵਾਂ ਨੂੰ ਸਮਝਾਉਣ ਲਈ ਇੱਕ ਪਕਸ਼ੀ ਦੀ ਉਦਾਹਰਣ ਦਿੰਦੇ ਨੇ, ਮਿਸਾਲ ਦਿੰਦੇ ਨੇ। ਤੇ ਸਾਧ ਦੀ ਜਦੋਂ ਅਸੀਂ ਸੰਸਾਰ 'ਤੇ ਨਿਗਾਹ ਮਾਰਦੇ ਹਾਂ, ਦੁਨੀਆ 'ਤੇ ਤੱਕਦੇ ਹਾਂ, ਕੁਦਰਤ ਦੀ ਦੁਨੀਆ ਦੇ ਅੰਦਰ, ਕੁਦਰਤ ਦੀ ਨਗਰੀ ਦੇ ਅੰਦਰ, ਸੰਸਾਰ ਦੇ ਅੰਦਰ ਸਾਧ ਸੰਗਤ ਦੀ ਜੇ ਅਸੀਂ ਸਭ ਤੋਂ ਕੋਈ ਉੱਤਮ ਜਾਮਾ ਵੇਖਣਾ ਹੋਵੇ ਤਾਂ ਸਾਧ ਸੰਗਤ ਜੀ ਸਭ ਤੋਂ ਉੱਤਮ ਜਾਮਾ ਹਰ ਵਾਰ ਮਨੁੱਖ 'ਤੇ ਆ ਕੇ ਗੱਲ ਰੁਕ ਜਾਂਦੀ ਹੈ। ਭਾਵ ਪਾਤਸ਼ਾਹ ਦੇ ਬਚਨ ਨੇ, ਮਾਨਸ ਜਨਮ ਉੱਤਮ ਦੇਹੀ 84 ਲੱਖ ਜੌਨ ਉਪਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਧਰਤੀ ਦੀ ਗੋਦ ਅੰਦਰ ਮਨੁੱਖ ਨੂੰ ਸ਼੍ਰੋਮਣੀ ਥਾਪਿਆ। ਤੇ ਪਾਤਸ਼ਾਹ ਦੇ ਬਚਨ ਨੇ, ਤੁਮਰੀ ਕਿਰਪਾ ਤੇ ਮਨੁੱਖ ਦੀ ਪਾਈ ਹੈ, ਦਿਹੁ ਦਰ ਸਹਾਰ ਰਾਇਆ। हे परम पिता परमेश्वर, तेरी किरपा नाल मनुखा जामा प्राप्त होया, देही प्राप्त होई है। इसलिए किरपा कर, अपना दर्शन दे के, सानू ज्ञान दे के, जीवन दीयां खुशियां बख्शिश कर। ते सत्संग दी जदों संसार ते देखदे हां, मनुख नूं सब तो उत्तम जामा प्राप्त होया है, पर जेकर गुणां वल झात मारी जावे ਤੇ ਸਾਧ ਸੰਗਤ ਦੀ ਗੁਣਾਂ ਵਿੱਚ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਹਨ, ਖੜ ਖਾਵੈ ਅੰਮ੍ਰਿਤ ਦੀ ਪਸ਼ੂ ਮਿਲੈ ਵਡਿਆਈਆਂ। ਖੜ ਖਾਵੈ ਅੰਮ੍ਰਿਤ ਦੀ ਪਸ਼ੂ ਮਿਲੈ ਵਡਿਆਈਆਂ, ਤ੍ਰਿਗ ਜੀਵਨ ਕਰਮ ਕਰੈ। ਪਾਤਸ਼ਾਹ ਕਹਿੰਦੇ ਨੇ, ਇਹ ਪ੍ਰਾਣੀ, ਇਹ ਮਨੁੱਖ ਜਦੋਂ ਤੇਰੇ ਵੱਲ ਦੇਖਦੇ ਆ, ਤੇਰੇ ਕਰਮਾਂ ਦਾ ਨਿਰੀਖਾ ਦੇਖਦੇ ਆ ਨਾ, ਜਿਸ ਮਾਲਕ ਨੇ ਤੈਨੂੰ ਜੀਵਨ ਦਿੱਤਾ ਏ ਉਹਦੇ ਪ੍ਰਤੀ ਤੂੰ ਕੀ ਡਿਊਟੀ ਸੇਵਾ ਨਿਭਾਉਂਦਾ ਏ। ਅਤੇ ਜਿਹਦੇ ਪਸ਼ੂਆਂ ਵੱਲ ਝਾਤ ਮਾਰਦੇ ਆ ਨਾ, ਜਿਹੜੇ ਪਸ਼ੂ ਨੇ ਉਹ ਘਾਹ ਫੂਸ ਖਾਂਦੇ ਨੇ ਅਤੇ ਅੰਮ੍ਰਿਤ ਵਰਗਾ ਦੁੱਧ ਦਿੰਦੇ ਨੇ, ਪਰ ਤੈਨੂੰ ਪਰਮੇਸ਼ਰ ਨੇ 36 ਤਰ੍ਹਾਂ ਦੇ ਪਦਾਰਥ ਦਿੱਤੇ ਆ, ਤੂੰ ਆਪੇ ਸੋਚ ਲੈ ਤੂੰ ਕੀ ਕਰਦਾ ਹੈ। ਤੀਰ ਰਸਨ ਤੋਂ ਕੀ ਅੰਮ੍ਰਿਤ ਵਰਸਦਾ ਏ, ਰਸ ਵਰਸਦਾ ਏ, ਕੀ ਤੇਰੇ ਕਰਮਾਂ ਦੇ ਵਿੱਚੋਂ ਰਸ ਵਰਸਦਾ ਏ। ਤੇ ਸਾਧ ਸੰਗਤ ਜੀ ਜੇ ਵਫਾਦਾਰੀ ਵੱਲ ਧਿਆਨ ਮਾਰਿਆ ਜਾਵੇ ਤੇ ਸਾਧ ਸੰਗਤ ਜੀ ਕੁੱਤਾ ਬੜਾ ਵਫਾਦਾਰ ਏ। ਉਸ ਤੋਂ ਉਪਰੰਤ ਜੇ ਮਿੱਠੇ ਬੋਲ ਨੂੰ ਤੱਕਿਆ ਜਾਵੇ ਤੇ ਕੋਕਲ ਦੀ ਉਦਾਹਰਣ ਸਾਹਿਬ ਪਾਤਸ਼ਾਹ ਮਿਸਾਲ ਧੰਨ ਗੁਰੂ ਗ੍ਰੰਥ ਸਾਹਿਬ ਦਿੰਦੇ ਨੇ, ਕੋਕਲ ਹੋਵਾਂ ਅੰਬ ਵਸਾਂ। ਸਹਿਜ ਸ਼ਬਦ ਵਿਚਾਰ ਪਰਮੇਸ਼ਰ, ਤੇਰੇ ਸ਼ਬਦ ਤੇਰੀ ਮਹਿਮਾ ਅੰਦਰ ਮੈਂ ਗਾਉਂਦਾ ਰਹਾਂ। ਕੋਲ ਦੀ ਆਵਾਜ਼ ਬੜੀ ਮਿੱਠੀ ਹੈ। ਅੰਮ੍ਰਿਤ ਵੇਲੇ ਜੇ ਤੱਕਣਾ ਹੋਵੇ ਤੇ ਚਿੜੀਆਂ ਚੂੰ ਚੂੰ ਲਾਈ, ਚਿੜੀਆਂ ਦੀ ਮਿਸਾਲ ਦਿੱਤੀ ਜਾਂਦੀ। ਤੇ ਸਾਧ ਸੰਗਤ ਜੀ ਜੇ ਪਰਮੇਸ਼ਰ ਦੀ ਪ੍ਰਾਪਤੀ ਦੀ ਪ੍ਰੀਤ, ਪ੍ਰੇਮ ਦੀ ਪ੍ਰੀਤ ਦੀ ਉਦਾਹਰਣ ਦਿੱਤੀ ਜਾਵੇ ਤਾਂ ਸਤਿਗੁਰਾਂ ਨੇ ਮੱਛੀ ਦੀ ਮਿਸਾਲ ਬਹੁਤ ਜਗ੍ਹਾ ਦਿੱਤੀ ਹੈ।
ਤੇ ਜੇ ਇੱਕ ਬਹਾਦਰ ਨੂੰ ਤੱਕਣਾ ਹੋਵੇ ਤਾਂ ਸ਼ੇਰ ਆਖਿਆ ਜਾਂਦਾ ਏ, ਸ਼ੇਰ ਦੀ ਮਿਸਾਲ ਦਿੱਤੀ ਜਾਂਦੀ ਹੈ। ਤੇ ਸਾਨੂੰ ਸਮਝਾਉਣ ਲਈ ਅੱਜ ਸਤਿਗੁਰੂ ਰਵਿਦਾਸ ਮਹਾਰਾਜ ਇੱਕ ਪੰਛੀ ਦੀ ਮਿਸਾਲ ਦੇ ਕੇ ਸਾਨੂੰ ਸਮਝਾਉਂਦੇ ਨੇ। ਹੁਣ ਪੰਛੀ ਜਿਹੜਾ ਏ, ਪਾਤਸ਼ਾਹ ਕਹਿੰਦੇ ਨੇ ਜੈਸੀ ਤਰਵਰ ਪੰਖ ਵਸੇਰਾ, ਜਿਵੇਂ ਪੰਛੀ ਜਿਹੜਾ ਏ ਦਰਖਤ ਦੇ ਉੱਤੇ ਰਹਿਣ ਵਸੇਰਾ ਕਰਦਾ ਏ ਤੇ ਦਰਖਤ ਦੇ ਉੱਤੇ ਆਲਣਾ ਬਣਾਉਂਦਾ ਹੈ। ਅਸੀਂ ਸੰਸਾਰ ਵਿੱਚ ਆਪਣਾ ਰਹਿਣ ਵਸੇਰਾ ਬਣਾਉਂਦੇ ਹਾਂ। ਅਕਸਰ ਅੱਜ ਬਹੁਤੇ ਵੱਡੇ ਵੱਡੇ ਜਿਹੜੇ ਕੋਠੀਆਂ ਮਹਿਲ ਖੜੇ ਉੱਤੇ ਲਿਖਿਆ ਹੁੰਦਾ ਹੈ ਗਰੀਬ ਦਾ ਆਲਣਾ। ਤੇ ਸਾਧ ਸੰਗਤ ਜੀ ਜਦੋਂ ਪਕਸ਼ੀ ਆਲਣਾ ਬਣਾਉਂਦਾ ਏ ਤੇ ਪਾਤਸ਼ਾਹ ਕਹਿੰਦੇ ਬੜੀ ਪ੍ਰੀਤ ਨਾਲ ਬਣਾਉਂਦਾ ਏ। ਤੇ ਜਦੋਂ ਉਹ ਦਰਖਤ ਦੇ ਉੱਤੇ ਕੋਈ ਹੋਰ ਪਕਸ਼ੀ ਆ ਕੇ ਆਲਣਾ ਬਣਾ ਲਏ, ਉਹ ਕਦੀ ਆਪਣੀ ਵਸੀਅਤ ਵੀ ਮਲਕੀਅਤ ਵੀ ਜ਼ਾਹਰ ਨਹੀਂ ਕਰਦਾ ਕਿ ਇੱਥੇ ਕੇਵਲ ਮੈਂ ਹੀ ਆਲਣਾ ਬਣਾਉਣਾ ਏ, ਸਗੋਂ ਖੁਸ਼ੀ ਜ਼ਾਹਰ ਕਰਦਾ ਏ ਇੱਕ ਦਰਖਤ ਦੇ ਉੱਤੇ ਇੱਕ ਨਹੀਂ ਅਨੇਕਾਂ ਆਲਣੇ ਦੇਖੇ ਜਾ ਸਕਦੇ ਨੇ। ਤੇ ਖੁਸ਼ੀ ਮਨ ਆਪਸ ਵਿੱਚ ਰਲ ਮਿਲ ਕੇ ਰਹਿੰਦੇ ਨੇ, ਕਦੀ ਆਪਸ ਵਿੱਚ ਲੜਦੇ ਨਹੀਂ ਦੇਖੇ ਜਾਂਦੇ। ਪਰ ਜਦੋਂ ਮਨੁੱਖ ਨੂੰ ਝਾਤ ਮਾਰਦੇ ਆ ਤੇ ਸਾਸਨ ਅੱਡ 4 ਇੰਚ ਜ਼ਮੀਨਾਂ ਵਾਸਤੇ ਜਗ੍ਹਾ ਵਾਸਤੇ ਕਤਲ ਹੁੰਦੇ ਨੇ। ਭਾਈ ਭੈਣ ਪਰਿਵਾਰ ਟੁੱਟਦੇ ਨੇ। ਇਸ ਲਈ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਸਾਨੂੰ ਪਕਸ਼ੀ ਦੀ ਮਿਸਾਲ ਦੇ ਕੇ ਸਮਝਾਉਂਦੇ ਨੇ। ਤੇ ਸਾਧ ਸੰਗਤ ਜੀ, ਇਤਿਹਾਸ ਦੇ ਅੰਦਰ ਇੱਕ ਸਾਖੀ ਆਉਂਦੀ ਏ ਕਿ ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਜਦੋਂ ਜਗਤ ਜਲੰਧਰ ਨੂੰ ਤਾਰਦੇ ਹੋਏ ਬਨਾਰਸ, ਮੱਧ ਪ੍ਰਦੇਸ਼, ਮਹਾਰਾਸ਼ਟਰ, ਯੂਪੀ, ਉੱਤਰਾਖੰਡ, ਸ਼੍ਰੀ ਚਰਨ ਛੋਹ ਗੰਗਾ ਅੰਮ੍ਰਿਤ ਕੁੰਡ ਸੱਚਖੰਡ ਖੁਰਾਲਗੜ੍ਹ ਸਾਹਿਬ ਦੀ ਧਰਤੀ ਦੀ 4 ਸਾਲ 2 ਮਹੀਨੇ 11 ਦਿਨ ਮਨੁੱਖਤਾ ਨੂੰ ਗਿਆਨ ਦਾ ਭੰਡਾਰ ਵੰਡਦੇ ਹੋਏ, ਜ਼ਿੰਦਗੀ ਦਾ ਅਹਿਸਾਸ ਕਰਾਉਂਦੇ ਹੋਏ, ਸ਼੍ਰੀ ਗੁਰਦਾਸ ਦੇਰਾ ਚੱਕ ਹਕੀਮ ਸ਼੍ਰੀ ਗੁਰਦਾਸ ਮੰਦਰ, ਸੱਚਖੰਡ ਵਾਸੀ ਸੰਤਵਾ ਹੀਰਾ ਦਾਸ ਤਪੋ ਸਥਾਨ, ਜਿੱਥੇ ਸਤਿਗੁਰੂ ਰਵਿਦਾਸ ਜੀ ਸਤਿਗੁਰੂ ਕਬੀਰ 70 ਦਿਨ ਰੁਕੇ ਨੇ। ਤੇ ਸਾਸੀ ਸ੍ਰੀ ਅੰਮ੍ਰਿਤਸਰ ਦੀ ਧਰਤੀ ਡੰਡੇ ਪਿੰਡ, ਜਿੱਥੇ ਸਤਿਗੁਰੂ ਦਾਸ ਮਹਾਰਾਜ ਆਪਣੇ ਚਰਨ ਕਮਲਾਂ ਦੇ ਨੇ ਖੂਹੀ ਲਵਾਈਏ ਤੇ ਉੱਥੇ ਵੱਡਾ ਸਮਾਂ ਸਾਹਿਬ ਨੇ ਬਤੀਤ ਕੀਤਾ ਏ, ਜਿੱਥੇ ਅੱਜ ਪਾਤਸ਼ਾਹ ਦੇ ਅਸਥਾਨ ਬਿਰਾਜਮਾਨ ਨੇ। ਭਾਰਤ ਦੀ ਰਾਜਧਾਨੀ ਦਿੱਲੀ ਦੇ ਅੰਦਰ ਜਿੱਥੇ ਸਤਿਗੁਰੂ ਦਾਸ ਮਹਾਰਾਜ ਗੁਰੂ ਘਰ ਨੇ, ਜਿਨ੍ਹਾਂ ਦੇ ਅੰਦਰ ਸਤਿਗੁਰੂ ਰਵਿਦਾਸ ਮਹਾਰਾਜ ਰਾਤਰੀ ਦੇ ਵਿਸ਼ਰਾਮ ਕੀਤੇ ਨੇ, ਅੱਜ ਉਹਨਾਂ ਦੇ ਆਸਣ 8 ਧਾਤਾਂ ਦੇ ਸਰੂਪ ਬਣਾ ਕੇ ਸਜਾਏ ਗਏ ਨੇ, ਚਾਂਦੀ ਦੀ ਸਿੰਘਾਸਣਾਂ ਦੇ ਵਿੱਚ ਸਜਾਏ ਦਿੱਲੀ ਵਿੱਚ ਦੇਖੇ ਜਾ ਸਕਦੇ ਨੇ। ਤੇ ਸਾਧ ਸੰਗਤ ਜੀ, ਇਤਿਹਾਸ ਸਾਖੀ ਏ ਕਿ ਸਤਿਗੁਰੂ ਦਾਸ ਮਹਾਰਾਜ ਜਦੋਂ ਬਨਾਰਸ ਦੀ ਧਰਤੀ 'ਤੇ ਪੁੱਜਦੇ ਨੇ ਤੇ ਸਤਿਗੁਰੂ ਦੇ ਚਰਨਾਂ ਵਿੱਚ ਅਨੇਕਾਂ ਸੰਗਤਾਂ ਜੁੜਦੀਆਂ ਨੇ। ਅਨੇਕਾਂ ਸੰਗਤਾਂ ਸਤਿਗੁਰੂ ਦੇ ਚਰਨਾਂ ਵਿੱਚੋਂ ਸ਼ਬਦ ਗ੍ਰਹਿਣ ਕਰਦੀਆਂ ਨੇ, ਪਰਮਾਰਥ ਦੀ ਸਿੱਖਿਆ ਗ੍ਰਹਿਣ ਕਰਦੀਆਂ ਨੇ, ਜਿਨ੍ਹਾਂ ਦੇ ਵਿੱਚ ਇੱਕ ਸ਼ਾਹੂਕਾਰ ਪਰਿਵਾਰ ਜਿਹਦੇ ਘਰ 2 ਪੁੱਤਰ ਨੇ ਤੇ ਇੱਕ ਧੀ ਹੈ। ਸਤਿਗੁਰਾਂ ਦੇ ਚਰਨੇ ਦੇ ਸੇਵਕ ਨੇ ਉਹ ਸ਼ਾਹੂਕਾਰ, ਭਾਵੇਂ ਪੁੱਤਰਾਂ ਦੇ ਹਿਰਦੇ ਅੰਦਰ ਪ੍ਰੇਮ ਨਹੀਂ, ਪਰ ਉਹ ਸ਼ਾਹੂਕਾਰ ਜਿਹੜਾ ਏ, ਉਹਦੀ ਧੀ ਜਿਹੜੀ ਸਤਿਗੁਰੂ ਦੇ ਸ਼ਰਧਾਲੂ ਨੇ, ਹਿਰਦੇ ਤੋਂ ਪ੍ਰੇਮ ਰੱਖਦੇ ਨੇ ਸਤਿਗੁਰੂ ਦੀ ਬਾਣੀ ਦੇ ਨਾਲ। ਤੇ ਸਮਾਂ ਆਇਆ ਏ ਕਿ ਜਿਹੜਾ ਸ਼ਾਹੂਕਾਰ ਉਹ ਸਰੀਰਕ ਤੌਰ 'ਤੇ ਮ੍ਰਿਤੂ ਹੋ ਜਾਂਦੀ ਹੈ। ਤੇ ਸਾਧ ਸੰਗਤ ਜੀ, ਸਤਿਗੁਰੂ ਰਵਿਦਾਸ ਮਹਾਰਾਜ ਉਸ ਆਪਣੇ ਸ਼ਰਧਾਲੂ ਸੇਵਕ ਜਗਿਆਸੂ ਦੇ ਦਾਹ ਸੰਸਕਾਰ 'ਤੇ ਪੁੱਜਦੇ ਨੇ। ਕੀ ਦੇਖਦੇ ਹਾਂ, ਜਾਇਦਾਦ ਬਹੁਤੀ ਹੈ। ਤੇ ਉਹ ਜਿਹੜਾ ਸ਼ਰਧਾਲੂ ਹੈ ਸਤਿਗੁਰੂ ਦੇ ਚਰਨਾਂ ਵਿੱਚ ਵੀ ਬੇਨਤੀ ਕਰਦਾ ਏ ਕਿ ਪਾਤਸ਼ਾਹ ਤੁਸੀਂ ਮੇਰੇ ਪਰਿਵਾਰ 'ਤੇ ਮਿਹਰ ਦਾ ਹੱਥ ਰੱਖਣਾ ਏ। ਤੇ ਸਾਧ ਸੰਗਤ ਜੀ, ਕੁਝ ਭੇਟਾ ਸਤਿਗੁਰੂ ਦੇ ਚਰਨਾਂ ਵਿੱਚ ਵੀ ਉਹ ਆਪਣੇ ਪਰਿਵਾਰ ਤੋਂ ਆਸ਼ੀਰਵਾਦ ਤੌਰ 'ਤੇ ਸਤਿਗੁਰਾਂ ਦੇ ਚਰਨਾਂ ਵਿੱਚ ਭੇਟ ਕਰਦਾ ਹੈ। ਸਤਿਗੁਰੂ, ਇਹ ਭੇਟਾ ਤੁਸੀਂ ਮੇਰੇ ਪਰਿਵਾਰ ਵਿੱਚ ਮੇਰੇ ਅੰਤ ਸਮੇਂ ਤੋਂ ਬਾਅਦ ਇਹ ਭੇਟਾ ਮੇਰੇ ਪਰਿਵਾਰ ਵਿੱਚ ਆਪ ਮਿਹਰ ਕਰਕੇ ਇਹਨਾਂ ਬੱਚਿਆਂ ਨੂੰ ਗਿਆਨ ਦਾ ਭੰਡਾਰ ਬਖਸ਼ ਕੇ ਕਿ ਜ਼ਿੰਦਗੀ ਦੀਆਂ ਖੁਸ਼ੀਆਂ ਲੈ ਸਕਣ, ਕਿਸੇ ਢੰਗ ਨਾਲ ਇਹਨਾਂ ਨੂੰ ਇਹ ਰਹਿਮਤ ਦੀ ਵਰਖਾ ਕਰਨੀ। ਤੇ ਸਾਸੇ ਸਮਾਂ ਆ ਗਿਆ, ਸ਼ਾਹੂਕਾਰ ਚੜ੍ਹਾਈ ਕਰ ਗਿਆ, ਜਾਇਦਾਦ ਬਹੁਤ ਹੀ ਸੀ। ਤੇ ਸਾਥ ਜਿਵੇਂ ਅੱਜ ਹੁੰਦਾ ਏ, ਜਿਸ ਨੂੰ ਪਾਤਸ਼ਾਹ ਕਹਿੰਦੇ ਨੇ, ਹਰ ਬਿਨ ਕੌਣ ਸਹਾਏ ਮਨ ਕਾ,
हर बिन कौन सहाई, मन का मात पिता पाई, सुत वनता हित लागू सब फन का। कहाँ बिसासा इस पांडी का, इतनक लागै ठन का। आगे को किछ तुलहा बांधू, क्या परवासा तन का। सगल धर्म पुन फल पावू, तूर वांछू सब जन का। कहत कबीर सुनो रे संतु, ए मन उड़न पंखेरू, ए मन उड़न पंखेरू बन का। सतगुरु कबीर जी, सतगुरु दास जी महाराज वड्डा समा सांझ रही ते सतगुरु कबीर जी के बचन ने कि हर बिन कौन सहाई, मन का ऐ मना। पूर्ण परमेश्वर परमात्मा हरि दे सिमरन तो बिना दसदा सही तेरा होर सहाई कौन, सहायता कौन कर सकता है। मात पिता भाई सुत बनता, माता पिता भरा सुत पुत्र ते घर वाली। हित लागू सब फन का, सारे अपने प्रयोजन आपे सुखां लई तेरे नाल जुड़े हुए ने। ते पातशाह दे बचन ने कहाँ विसासा इस भांडे का, ये शरीर रूपी भांडे का कोई विश्वास है, ये कच्चा भांडा है, ठीक कर लगी तो टुट जाना है। पातशाह दे बचन ने जा पढ़ी तां ठीक करो, होवै घाड़त कड़ी ना डाई। जदों थोड़ा जिहा आपां देखदे हां अचानक कोई घटना वापरदी है ते जरीब मृत हो जाता है। इसलिए पातशाह दे बचन ने आगे को कुछ तुलहा बांधू। इस संसार दे विच जिथे पातशाह कहते हैं जिथे जाए तुद वरतना, तिसकी चिंता नाही, जो घर छड्ड गवावना सो लगा मन माहे। ये तन रूपी घर इत्थे लिया, इत्थे छड्ड जाना। इहदे पदार्थां दी इहदे प्रयोजन लई ते बड़े उपाय कीते आ, पर जिथे जाके सदीवी रहना है ते उत्थे दा कदी सोचिया भी नहीं। होर तां होर जिथे जाके संस्कार किया जाता है, 3.5 हथां दी मिलती है, उन्होंने कभी देखण भी नहीं जाता बंदा, सवारना तो दूर की गल। इसलिए पातशाह कहते जो घर छड्ड गवावना सो लगा मन माहे। जिहड़ा घर छड्ड के चले जाना वो मन नूं लगा होया, उहदे लई हर समय हर पल सवारदा ही, बहुतियां चंगियां चंगियां संघासन लाउंदा है, वड्डी वड्डी कोठियां सजाउंदा है। सो लगा मन माहे, जिथे जाए तुद वरतना, जिथे परम पिता परमेश्वर के चरणों में वरत बलेवा होना है, उत्थे लिए कोई तैयारी नहीं की, उत्थे लिए कुछ इकट्ठा ही नहीं किया। इसलिए पातशाह कहते ने सगल धर्म पुन फल भावू, सारे धर्म जिहड़े ने भाव सारे जिहड़े मत ने ये सारी शुभ सिक्ख्या दिंदे ने अपनी ते मनुखता की भलाई लई। सतगुर के चरणों विचों, माता पिता के चरणों विचों ज्ञान ग्रहण करके जीवन नूं सुहावना बनाउणा है, समाज लई, परिवार लई, देश लई, तरक्कियां लई योगदान पाउणा है। ते पातशाह कहंदे ने कह कबीर सुनो रे मन, सुनो रे संतो ही भाई साध सतसंगी जनों, ध्यान दे के सुनना करो। ये मन उड़न पखेरू बन का, ये जिहड़ा मन आ ये तो शरीर के अंदर एक पक्षी आ, जिद्दां दरख्त ते पंछी हुंदा, इन्हें एक दिन उड़ जाना है। ये मन उड़न पखेरू बन का, जंगल दे विच जिवें पंछी शाम नूं आउंदे, रात कटदे, सवेरे उड़ जांदे, इवें ये शरीर रूपी जंगल के अंदर उमरा रूपी रात कट्टण आए हुए हाँ। जदों जिंदगी की रात मुक जानी आ फिर उड़ जाना, पंछी ने उड़ जाना। तो सासंग जी वो जदों परिवार जिहड़ा शाहूकार दा अजे संस्कार होया नहीं, वो अपनी वंड वडेवे तो दोहां भरावां दे विच थोड़ी घबराहट पैदा हुई। तो सतगुर के चरणों में श्रद्धालु संगतां ने दस्सिया, बेनती की, पातशाह अजे तो संस्कार करना है शाहूकार दा, पुत्र हुणे ही घर की वंड वडाइयां नूं देख के आपस में थोड़ा हौमे विच आए ने। तो सतगुरां ने समझाउण वास्ते साखी जी नूं पातशाह कहंदे ने, परथाई साखी महापुरख बोलदे सांझी सगल जहाने, केवल समझाउण वास्ते है। सतसंग जी पातशाह ने की कीता, कहंदे संस्कार की तैयारी करो। संस्कारी जदों तैयारी होण लगी तो पातशाह कहंदे भी संस्कार करन नूं तां लैके जाओ, पहलां तुहाडे पिता जी ने कुछ माया साडे कोलों उधार लई सी, वो पहलां भेटा दिओ ते असीं तां उन्हां नूं तुहानूं संस्कार करन देवांगे। ते कहंदी किन्नी की भेटा सी महाराज? कहंदे सीगी कोई अज दे जमाने के हिसाब नाल 5 लाख के हिसाब नाल। ते सतसंग जी पुत्र देखते आ, कहंदे असीं कित्थों दईए?
ਤੇ ਸਾਧ ਸੰਗਤ ਜੀ ਦੋਵੇਂ ਪੁੱਤਰ ਮੁਨਕਰ ਹੋ ਗਏ, ਕਹਿੰਦੇ ਸਾਡੇ ਕੋਲ ਤਾਂ ਹੈ ਨਹੀਂ ਇੰਨੀ ਬੇਟਾ। ਜਿਹੜੀ ਧੀ ਸੀ ਨਾ, ਜਿਹਨੂੰ ਪਾਤਸ਼ਾਹ ਧੰਨ ਗੁਰੂ ਦਾਸ ਜੀ ਕਹਿੰਦੇ ਆ ਸਦੀਆਂ ਪਹਿਲਾਂ ਆਖਿਆ ਈ, ਕਹਿੰਦੇ ਨੇ ਸਹਿ ਕੀ ਸਾਰ ਸੁਹਾਗਣ ਜਾਣੈ। ਕਹਿੰਦੇ ਪਤੀ ਪਰਮੇਸ਼ਰ ਦੀ ਗੁਣਾਂ ਨੂੰ, ਸਤਿਗੁਰ ਦੇ ਗੁਣਾਂ ਨੂੰ, ਜ਼ਿੰਦਗੀ ਵਿੱਚ ਰਿਸ਼ਤਾ ਨਿਭਾਉਣ ਦੇ ਗੁਣਾਂ ਨੂੰ ਇੱਕ ਧੀ ਜਾਣਦੀ ਏ, ਸੁਹਾਗਣ ਜਾਣਦੀ ਏ। ਤੇ ਜਦੋਂ ਉਹਨੇ ਆਪਣੇ ਭਰਾਵਾਂ ਵੱਲ ਦੇਖਿਆ ਨਾ, ਉਹ ਧੀ ਨੇ ਜਿਹੜਾ ਵੀ ਉਹਦੇ ਪਿਤਾ ਨੇ ਉਹਨੂੰ ਜੇਵਰਾਤ ਜੋ ਵੀ ਪਿਤਾ ਵੱਲੋਂ ਆਸ਼ੀਰਵਾਦ ਸੀ ਸਾਰਾ ਇਕੱਠਾ ਕਰਕੇ ਲਿਆਈ ਤੇ ਕਹਿੰਦੀ ਮਹਾਂਪੁਰਸ਼ ਆ ਜਿੰਨਾ ਕੁ ਬਣਦਾ ਇੰਨਾ ਮੈਂ ਭੇਟਾ ਦਿੰਦੀ ਹਾਂ, ਤੇ ਮੈਂ ਵਾਅਦਾ ਕਰਦੀ ਹਾਂ ਜਦੋਂ ਵੀ ਮੇਰੇ ਕੋਲ ਹੋਏ ਮੈਂ ਤੁਹਾਡਾ ਕਰਜ਼ਾ ਜ਼ਰੂਰ ਚੁਕਾਵਾਂ, ਪਰ ਮੇਰੇ ਪਿਤਾ ਦਾ ਸੰਸਕਾਰ ਸੋਹਣੇ ਢੰਗ ਨਾਲ ਹੋਣਾ ਚਾਹੀਦਾ। ਗੱਡ ਕੇ ਆਖੂ ਸਤਿਨਾਮ। ਤੇ ਸਾਧ ਸੰਗਤ ਜੀ ਸੰਸਕਾਰ ਹੋ ਗਿਆ ਤੇ ਸਾਧ ਸੰਗਤ ਜੀ ਸਤਿਗੁਰੂ ਉਹ ਤਾਂ ਇੱਕ ਸਤਿਗੁਰਾਂ ਨੇ ਸਮਝਾਉਣਾ ਸੀ ਤੇ ਸਾਧ ਸੰਗਤ ਦੀ ਪਰਖ ਸੀ, ਜਿਸ ਲਈ ਧੰਨ ਗੁਰੂ ਦਾਸ ਜੀ ਅੱਜ ਦੇ ਬਚਨ ਨੂੰ ਸਾਧ ਸੰਗਤ ਜੀ ਆਪਣੇ ਤੇ ਢੁਕਾ ਕੇ ਸਾਨੂੰ ਸੰਸਾਰੀ ਜੀਵਾਂ ਨੂੰ ਸਾਧ ਸੰਗਤ ਜੀ ਬਚਨ ਆਖਦੇ ਨੇ। ਪਾਤਸ਼ਾਹ ਕਹਿੰਦੇ ਸੰਗਤ ਜੀ ਜਿਵੇਂ ਅੱਜ ਆਪਾਂ ਸੰਸਕਾਰ ਤੋਂ ਬਾਅਦ ਅਲਾਣੀਆਂ ਦਾ ਜਾਪ ਕਰਦੇ ਹਾਂ ਨਾ, ਸੰਗਤ ਰੂਪ ਹੋ ਕੇ ਬੈਠਦੇ ਹਾਂ, ਤੇ ਸਤਿਗੁਰਾਂ ਨੇ ਉਸ ਸਮੇਂ ਇਹ ਸ਼ਬਦ ਉਚਾਰਨ ਕੀਤਾ। ਪਾਤਸ਼ਾਹ ਬਚਨ ਕਰਦੇ ਨੇ ਜਲ ਕੀ ਪੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ ਹੱਡ ਮਾਸ ਨਾੜੀ ਕੂ ਪਿੰਜਰ ਪੰਖੀ ਵਸੈ ਵਿਚਾਰਾ। ਇਹ ਜਿਹੜਾ ਸਰੀਰ ਆ ਇਹਦੀ ਬਣਤਰ ਦੇ ਵਿੱਚ ਪਾਤਸ਼ਾਹ ਕਹਿੰਦੇ ਨੇ 5 ਤੱਤ ਮੌਜੂਦ ਨੇ। 5 ਤੱਤਾਂ ਦੇ ਅੰਦਰ ਪਾਣੀ ਹੈ, ਧਰਤੀ ਦੀ ਮਿੱਟੀ ਹੈ, ਅੱਗ ਹੈ, ਆਕਾਸ਼ ਹੈ, ਹਵਾ ਹੈ, ਤੇ ਸਾਧ ਸੰਗਤ ਜੀ 5 ਤੱਤਾਂ ਦਾ ਬਣਿਆ ਹੋਇਆ। ਜਲ ਕੀ ਭੀਤ ਇਹ ਤੇ ਪਾਣੀ ਦੀ ਕੰਧ ਹੈ, ਹਵਾ ਰੂਪੀ ਸਵਾਸਾਂ ਦੇ ਆਸਰੇ ਖੜੀ ਹੈ। ਜਲ ਕੀ ਭੀਤ ਪਵਨ ਕਾ ਥੰਬਾ, ਪਾਣੀ ਦੀ ਕੰਧ ਨੂੰ ਹਵਾ ਦਾ ਸਹਾਰਾ ਦਿੱਤਾ ਹੋਇਆ ਏ। ਤੇ ਪਾਤਸ਼ਾਹ ਕਹਿੰਦੇ ਨੇ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ, ਇਹਨੂੰ ਬਣਾਉਣ ਦੇ ਵਿੱਚ ਮਾਤਾ ਦਾ ਲਹੂ ਤੇ ਪਿਤਾ ਦੀ ਬੀਰਜ। ਹਾਡ ਮਾਸ ਨਾੜੀ ਕੋ ਪਿੰਜਰ, ਹੱਡਾਂ ਤੇ ਮਾਸ ਨਾੜੀਆਂ ਦਾ ਪਿੰਜਰਾ ਏ। ਅੰਦਰ ਜੀਵ ਰੂਪੀ ਆਤਮਾ ਰੂਪੀ ਪੰਛੀ ਬਖਸ਼ਦਾ ਏ। ਮਾਤ ਕੀ ਰਕਤ ਪਿਤਾ ਬਿਦ ਧਾਰਾ ਸੂਰਤ ਮੂਰਤ ਕਰ ਅਪਾਰਾ। ਇਹ ਪਰਮੇਸ਼ਰ ਨੇ ਸੋਹਣੀ ਸੂਰਤ ਤਿਆਰ ਕਰ ਦਿੱਤੀ ਹੈ, ਜਿਹੜਾ ਕੁਦਰਤ ਦੀ ਨਗਰੀ ਦੇ ਅੰਦਰ ਸਭ ਤੋਂ ਸੋਹਣਾ ਤੇ ਉੱਤਮ ਜਾਮਾ ਹੈ। ਇਸੇ ਲਈ ਸਾਹਿਬ ਆਖਦੇ ਨੇ ਕਿਉਂ ਉੱਤਮ ਹੈ, ਇਸ ਦੇ ਹੀ ਕੋ ਸਿਮਰਨ ਦੇਵ ਸੋ ਦੇਹੀ ਭਜ ਹਰਿ ਕੀ ਸੇਵ। ਇਸ ਮਨੁੱਖਾ ਜਾਮੇ ਨੂੰ ਪ੍ਰਾਪਤ ਕਰਨ ਲਈ ਦੇਵਤੇ ਵੀ ਅਰਦਾਸਾਂ ਕਰਦੇ ਆ, ਅਰਜ਼ੋਈਆਂ ਕਰਦੇ ਆ। ਤੇ ਧੰਨ ਗੁਰੂ ਦਾਸ ਜੀ ਕਹਿੰਦੇ ਦੁਰਲਭ ਜਨਮ ਪੁੰਨ ਫਲ ਪਾਇਓ ਬਿਰਥਾ ਜਾਤ ਅਬਵੇਕੈ ਸਤਸੰਗੀ ਜਨੋ। ਇਹ ਮਨੁੱਖਾ ਜਨ ਪ੍ਰਾਪਤ ਹੋਣਾ ਬੜਾ ਦੁਰਲਭ ਆ, ਪਰ ਅਗਿਆਨਤਾ ਕਾਰਨ ਬੇਸਮਝੀ ਕਾਰਨ ਅਸੀਂ ਵਿਅਰਥ ਗਾਉਂਦੇ ਆ। ਆਪਣੇ ਸਾਹਮਣੇ ਆ ਕਹਿੰਦੇ ਜਿਸ ਪਿਤਾ ਨੇ ਸਾਰਾ ਜੀਵਨ ਲਾ ਦਿੱਤਾ ਪਰਿਵਾਰ ਦੀ ਪਰਵਰਿਸ਼ ਲਈ, ਸੋਹਣਾ ਘਰ ਬਣਾਉਣ ਲਈ, ਸੋਹਣਾ ਕਾਰੋਬਾਰ ਚਲਾਉਣ ਲਈ, ਅੱਜ ਉਹਨੂੰ ਭੁੱਲ ਕੇ ਆਪਸ ਵਿੱਚ ਹੁਣੇ ਹੀ ਲੜਨਾ ਸ਼ੁਰੂ ਕਰ ਦਿੱਤਾ। ਪ੍ਰਾਨੀ ਕਿਆ ਮੇਰਾ ਕਿਆ ਤੇਰਾ। ਕਹਿੰਦੇ ਕਿਉਂ ਤੁਸੀਂ ਸਤਸੰਗੀ ਜਨੋ, ਆਹ ਮੇਰੀ ਆ ਆਹ ਤੇਰੀ ਆ, ਹੁਣੇ ਹੀ ਵੰਡਾਂ ਪਾਉਣੀਆਂ ਸ਼ੁਰੂ ਕਰਤੀਆਂ, ਲੜਾਈਆਂ ਸ਼ੁਰੂ ਕਰਤੀਆਂ, ਤੁਹਾਨੂੰ ਸਮਝ ਨਹੀਂ ਲੱਗਦੀ। ਇੱਥੇ ਤਾਂ ਕੋਈ ਵੀ ਕਿਸੇ ਦਾ ਨਹੀਂ ਹੈ। ਤੁਹਾਡੇ ਸਾਹਮਣੇ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣਿਓ, ਤੈਂ ਪਾਸੋਂ ਉਹ ਲੱਦ ਗਈ ਤੂੰ ਅਜੇ ਨਾ ਪਤੀਣੋ। ਜਿਹੜੇ ਤੁਹਾਡੇ ਪਿਤਾ ਦੀ ਸਾਰੀ ਜ਼ਿੰਦਗੀ ਇੰਨੀਆਂ ਮਿਹਨਤਾਂ ਕਰਕੇ ਇੱਥੋਂ ਤੱਕ ਆਏ ਨੇ, ਪੁੱਜੇ ਨੇ, ਤੁਹਾਡੇ ਸਾਹਮਣੇ ਸਭ ਕੁਝ ਛੱਡ ਕੇ ਚਲੇ ਗਏ ਨੇ, ਫਿਰ ਵੀ ਸਮਝ ਨਹੀਂ ਆਉਂਦੀ। ਤੇ ਸਾਹਿਬ ਬਚਨ ਕਰਦੇ ਨੇ ਜਲ ਕੀ ਭੇਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ ਹਾਡ ਮਾਸ ਨਾੜੀ ਕੂ ਪਿੰਜਰ ਪਾਂਖੀ ਵਸੇ ਵਿਚਾਰਾ। ਹੱਡ ਮਾਸ ਨਾੜੀਆਂ ਦੇ ਪਿੰਜਰੇ ਦੇ ਅੰਦਰ ਜੀਵ ਆਤਮਾ ਰੂਪੀ ਪੰਛੀ ਵਸਦਾ ਹੈ। ਜੀਵ ਆਤਮਾ ਰੂਪੀ ਪੰਛੀ ਨੇ ਨਿਵਾਸ ਕੀਤਾ ਹੋਇਆ। ਤੇ ਪਾਤਸ਼ਾਹ ਨੇ ਪ੍ਰਾਨੀ ਕਿਆ ਮੇਰਾ ਕਿਆ ਤੇਰਾ। ਕਿਉਂ ਤੂੰ ਵਿਕਾਰਾਂ ਵਿੱਚ ਵਸ ਕੇ ਕਾਮ ਕ੍ਰੋਧ ਲੋਭ ਅਹੰਕਾਰ ਵਿੱਚ ਗਰਸਿਆ ਹੋਇਆ, ਕਿਉਂ ਤੂੰ ਆਪਣੇ ਆਪ ਤੋਂ ਬੇਖਬਰ ਹੋਇਆ, ਮੇਰ ਤੀਰ ਵਿੱਚ ਫਸਿਆ ਹੋਇਆ, ਕਿਉਂ ਤੂੰ ਮੇਰਾ ਤੇਰਾ ਕਰਕੇ ਅਮੋਲਕ ਜੀਵਨ ਨੂੰ ਖੁਆਰ ਕਰ ਰਿਹਾ ਹੈ, ਵਿਅਰਥ ਗਵਾ ਰਿਹਾ ਹੈ। ਪ੍ਰਾਨੀ ਕਿਆ ਮੇਰਾ ਕਿਆ ਤੇਰਾ ਜੈਸੀ ਤਰਵਰ ਪੰਖ ਵਸੀਰਾ। ਇਹ ਤੇ ਜਿਵੇਂ ਦਰਖਤ ਦੇ ਉੱਤੇ ਪੰਛੀ ਰਾਤ ਨੂੰ ਰੈਣ ਕੱਟਦੇ ਨੇ ਤੇ ਸਵੇਰੇ ਉੱਡ ਜਾਂਦੇ ਨੇ, ਪਰ ਪੰਛੀ ਸਾਧ ਸੰਗਤ ਦੀ ਸੋਹਣਾ ਆਲਣਾ ਬਣਾਉਂਦੇ ਨੇ,
ਪਰ ਪੰਛੀ ਰੈਣ ਕੱਢਦੇ ਨੇ, ਸਵੇਰੇ ਉੱਡ ਜਾਂਦੇ ਨੇ। ਕਦੇ ਉਹਦੇ ਵਿੱਚ ਸਾਧ ਸੰਗਤ ਦੇ ਰੈਣ ਬਸੇਰੇ ਦੇ ਅੰਦਰ ਬਹੁਤੇ ਪਦਾਰਥ ਜਮ੍ਹਾਂ ਨਹੀਂ ਕਰਦੇ। ਕਦੇ ਨਹੀਂ ਦੇਖੇ ਆਪਾਂ ਆਲਣਿਆਂ ਦੇ ਵਿੱਚ ਬਹੁਤੇ ਪਦਾਰਥ ਪਏ ਖਾਣ ਵਾਲੇ, ਘਰ ਨਹੀਂ ਭਰਦੇ। ਜੇ ਕਿਤੇ ਤੂਫਾਨ ਹਨੇਰੀ ਆ ਜਾਏ, ਘਰ ਢੱਠ ਵੀ ਜਾਵੇ, ਉਹ ਸਾਡੇ ਵਾਂਗੂ ਤੜਫਦੇ ਨਹੀਂ। ਉਹ ਉਹਨੂੰ ਬੜੇ ਧੀਰਜ ਦੇ ਨਾਲ ਬਣਾਉਂਦੇ ਨੇ ਦੁਬਾਰਾ, ਫਿਰ ਮਿਹਨਤ ਕਰਕੇ ਜ਼ਿੰਦਗੀ ਦੀ ਕਾਰ ਕਮਾਉਣੀ ਸ਼ੁਰੂ ਕਰਦੇ ਨੇ। ਪਰ ਅਸੀਂ ਸਭ ਕੁਝ ਹੁੰਦਿਆਂ ਹੋਏ ਹਾਂ ਸਤਿਗੁਰ ਦੀ ਆਜ਼ਾਦੀ ਬਖਸ਼ੀ ਮਨੁੱਖ ਜੁਨੀ, ਹੱਥ ਪੈਰ 10 ਇੰਦਰੀ, ਕਰਮ ਇੰਦਰੀ, ਗਿਆਨ ਇੰਦਰੀ, ਸੋਚ ਸਮਝ, ਤੇ ਫਿਰ ਵੀ ਪਛਤਾਉਂਦੇ ਹਾਂ, ਤੜਪਦੇ ਹਾਂ। ਇਸ ਲਈ ਪਾਤਸ਼ਾਹ ਕਹਿੰਦੇ ਨੇ, ਪ੍ਰਾਨੀ ਕਿਆ ਮੇਰਾ ਕੇ ਤੀਰਾ, ਜੈਸੀ ਤਰਵਰ ਪੰਖ ਵਸੀਰਾ। ਜਿਵੇਂ ਤਰਵਰ ਭਾਵ ਦਰਖਤ ਦੇ ਉੱਤੇ ਪੰਛੀ ਰੈਣ ਕੱਟਦੇ ਨੇ, ਇਵੇਂ ਤੂੰ ਜੀਵਨ ਦੇ ਰੈਣ ਕੱਟਣ ਆਇਆ ਏ, ਉਮਰ ਰੂਪੀ ਰਾਤ ਕੱਟਣ ਆਇਆ ਏ। ਅਤੇ ਇੱਕ ਦਿਨ ਤੈਂ ਵੀ ਇੱਥੋਂ ਪੰਛੀ ਨੇ ਸਰੀਰ ਰੂਪੀ ਪਿੰਜਰੇ ਵਿੱਚੋਂ ਉੱਡ ਜਾਣਾ ਹੈ, ਘਰ ਵਿੱਚੋਂ ਚਲੇ ਜਾਣਾ। ਪ੍ਰਾਨੀ ਕਿਆ ਮੀਰਾ ਕਿਆ ਤੀਰਾ, ਜੈਸੀ ਤਰਵਰ ਪੰਖ ਵਸੀਰਾ, ਰਾਖੂ ਕੰਧ ਸਾਰੂ ਨੀਵਾ। ਕਹਿੰਦੇ ਜਦੋਂ ਸੋਹਣੇ ਸੋਹਣੇ ਮਹਿਲ ਬਣਾਉਂਦੇ ਆ ਅਤੇ ਡੂੰਘੀਆਂ ਨੀਵਾਂ ਪੜਦੇ ਆ ਉੱਚੇ ਉੱਚੇ ਮਹਿਲ ਖੜ੍ਹੇ ਕਰਨ ਲਈ, ਅਤੇ ਪਰ ਇਹ ਤੂੰ ਭੁੱਲ ਜਾਂਦਾ 3.5 ਹੱਥ ਤੇਰੀ ਸੀਮਾ, ਤੇਰੀ ਤੇ ਕੇਵਲ ਹੱਦ ਜਿਹੜੀ ਆ 3.5 ਹੱਥ ਆ। ਘਣੀ ਤਾਂ ਪੌਣੇ 4, ਉਤੋਂ ਵੱਧ ਜਗ੍ਹਾ ਨਹੀਂ ਮਿਲਣੀ। ਉਹ ਵੀ ਆਪਾਂ ਦੇਹ ਸੰਸਕਾਰ ਹੁੰਦਾ, ਦੂਸਰੇ ਦਿਨ ਚੱਕ ਕੇ ਸਾਰਾ 2 ਕਿਲੋ ਸਵਾਹ ਹੁੰਦੀ, ਚੱਕ ਕੇ ਆਪਾਂ ਪਾਣੀ ਵਿੱਚ ਪ੍ਰਵਾਹ ਕਰ ਦਿੰਦੇ। ਇਸ ਲਈ ਸਹਿਬ ਬਚਨ ਕਰਦੇ ਨੇ, ਪ੍ਰਾਨੀ ਕਿਆ ਮੀਰਾ ਕਿਆ ਤੀਰਾ, ਜੈਸੀ ਤਰਵਰ ਪੰਖ ਵਸੀਰਾ, ਰਾਖੂ ਕੰਧ ਸਾਰੂ ਨੀਵਾ। 3.5 ਹੱਥ ਤੇਰੀ ਸੀਵਾ। ਜਦੋਂ ਕਿ ਤੈਨੂੰ ਤੇ ਕੇਵਲ 3.5 ਹੱਥ ਧਰਤੀ ਦੀ ਲੋੜ ਹੈ। ਬਾਂਕੇ ਬਾਲ ਪਾਗ ਸਿਰ ਡੇਰੀ, ਇਹ ਤਨ ਹੋਈ ਗੂ ਭਸਮ ਕੇ ਢੇਰੇ। ਇਹ ਪ੍ਰਾਣੀ ਹਉਮੈ ਵਿੱਚ ਗਰਸਿਆ ਹੋਇਆ, ਕਾਮ ਕ੍ਰੋਧ ਮੋਹ ਲੋਭ ਅਹੰਕਾਰ ਦੇ ਵਿੱਚ, ਹਉਮੈ ਦੇ ਵਿੱਚ ਆਇਆ ਹੋਇਆ, ਤੂੰ ਆਪਣੇ ਬਾਲਾਂ ਨੂੰ ਕਈਆਂ ਢੰਗਾਂ ਨਾਲ ਸਵਾਰਦਾ ਹੈ, ਕਈ ਤਰ੍ਹਾਂ ਦੀ ਤੇਲ ਲਾਉਂਦਾ ਹੈ, ਸੋਹਣੇ ਢੰਗਾਂ ਨਾਲ ਸੁਜਾਰਦਾ ਹੈ। ਹਉਮੈ ਦੇ ਇੱਤਰ ਫੁੱਲਿਆ ਨਹੀਂ ਸਮਾਉਂਦਾ ਕਿ ਮੇਰੇ ਵਰਗਾ ਕੋਈ ਜਵਾਨ ਹੀ ਨਹੀਂ, ਮੇਰੇ ਵਰਗਾ ਕਿਸੇ ਦਾ ਚਿਹਰਾ ਨਹੀਂ, ਅਤੇ ਮੇਰੇ ਵਰਗਾ ਕਿਸੇ ਦੇ ਰਹਿਣ ਨਹੀਂ, ਘੁਰ ਨਹੀਂ, ਅਤੇ ਮੇਰੇ ਵਰਗਾ ਕਿਸੇ ਕੋਲ ਬਸਤਰ ਨਹੀਂ, ਮੇਰੇ ਵਰਗੀ ਤੋਰ ਨਹੀਂ। ਇਸ ਲਈ ਪਾਤਸ਼ਾਹ ਕਹਿੰਦੇ ਨੇ, ਟੇਢੀ ਪਾਗ ਟੇਢੇ ਚੱਲੈ ਲਾਗੇ ਵੀਰੇ ਸੂਰ। ਟੇਢੀ ਪੱਗ ਬੰਨੀਏ, ਬਾਂਕੇ ਬਾਲ ਪਾਗ ਸਿਰ ਡੇਰੀ, ਬਾਲਾਂ ਨੂੰ ਬੜੇ ਢੰਗਾਂ ਨਾਲ ਸਵਾਰਦਾ ਏ, ਅਤੇ ਹਉਮੈ ਦੇ ਵਿੱਚ ਕਈ ਤਰ੍ਹਾਂ ਦੇ ਨਾਲ ਵਿੰਗੀਆਂ ਟੇਢੀਆਂ ਪੱਗਾਂ ਦਸਤਾਰਾਂ ਸਜਾਉਂਦਾ ਏ। ਬਾਂਕੇ ਬਾਲ ਪਾਗ ਸਿਰ ਡੇਰੀ, ਇਹ ਤਨ ਹੋਏ ਗੋ ਭਸਮ ਕੀ ਢੇਰੇ। ਅਤੇ ਜਦੋਂ ਸਵਾਸਾਂ ਰੂਪੀ ਪੂੰਜੀ ਖਤਮ ਹੋਣੀ, ਮੋਹਲਤ ਪੁੰਨੀ ਚੱਲਣਾ, ਜਦੋਂ ਸਵਾਸਾਂ ਦੀ ਦਿੱਤੀ ਹੋਈ ਮਿਲੀ ਹੋਈ ਮੋਹਲਤ ਪੁੱਗ ਜਾਣੀ ਹੈ, ਫਿਰ ਇਹ ਤਨ ਹੋਏ ਗੋ ਭਸਮ ਕੀ ਢੇਰੀ। ਇਹ ਜਿਹੜਾ ਸਰੀਰ ਆ, ਸਣੇ ਬਾਲਾਂ ਦੇ ਸਣੇ ਪਗੜੀ ਦੇ, ਪਾਤਸ਼ਾਹ ਕਹਿੰਦੇ ਮਿੱਟੀ ਦੀ ਢੇਰੀ ਹੋ ਜਾਣਾ ਹੈ। ਮਾਟੀ ਸਿਉ ਮਾਟੀ ਰਲੀ, ਨਾਂਗਾ ਉੱਠ ਜਾਈ। ਸਤਿਗੁਰੂ ਕਬੀਰ ਜੀ ਕਹਿੰਦੇ ਨੇ, ਕਬੀਰ ਮਾਟੀ ਕੇ ਹਮ ਪੂਤਰੇ। ਇਹ ਮਿੱਟੀ ਦਾ ਪੁਤਲਾ ਹੈ। ਮਾਨਸ ਰਾਖਿਓ ਨਾਉ, ਮਨੁੱਖ ਦਾ ਨਾਂ ਰੱਖ ਦਿੱਤਾ ਏ। ਅਤੇ ਪਾਤਸ਼ਾਹ ਕਹਿੰਦੇ ਨੇ, 4 ਦਿਵਸ ਕੇ ਪਾਹੁਣੇ, ਥੋੜ੍ਹੇ ਸਮੇਂ ਦਾ ਪ੍ਰਾਹੁਣਾ ਆ, ਵੱਡ ਵੱਡ ਰੂੰਦੇ ਥਾਂ ਨੱਠ ਨੱਠ ਕੇ ਮੱਲਾਂ ਫਾਰਦਾ ਫਿਰਦਾ, ਆ ਵੀ ਜ਼ਮੀਨ ਮੇਰੀ ਆ, ਆ ਵੀ ਪਲਾਟ ਮੇਰਾ ਏ, ਆ ਵੀ ਕੋਠੀ ਮੇਰੀ ਆ। ਇਸ ਲਈ ਪਾਤਸ਼ਾਹ ਕਹਿੰਦੇ ਨੇ, ਰਾਖੂ ਕੰਧ ਸਾਰੂ ਨੀਵਾ, 3.5 ਹੱਥ ਤੇਰੀ ਸੀਮਾ। ਆਪ ਰਹਿਣ ਲਈ ਬਹੁਤ ਸੋਹਣੀ ਕੋਠੀ ਬਣਾਈ ਆ, ਅਤੇ ਅੰਦਰ ਆਸਣ ਬੜਾ ਸੁੰਦਰ ਲਗਾਇਆ ਏ। ਹਉਮੈ ਦੇ ਵਿੱਚ ਬਾਲਾਂ ਨੂੰ ਢੰਗਾਂ ਨਾਲ ਸਵਾਰਦਾ ਏ, ਅਤੇ ਪੱਗਾਂ ਬੜੀਆਂ ਟੇਢੀਆਂ ਬੰਨ੍ਹਦਾ ਏ। ਪਰ ਮੱਤ ਭੁਲੇਖੇ ਜਿਹੜੇ ਪਾਤਸ਼ਾਹ ਕਹਿੰਦੇ, ਸਰੇਣੇ ਸਰੀਰ ਇਹ ਮਿੱਟੀ ਹੋ ਜਾਣਾ ਇੱਕ ਦਿਨ। ਇਹ ਤਨ ਹੋਏ ਗੋ ਭਸਮ ਕੇ ਢੇਰੇ, ਸੁਆਹ ਦੀ ਢੇਰੀ ਹੋ ਜਾਣੀ। ਪਾਤਸ਼ਾਹ ਅੱਗੇ ਬਚਨ ਕਰਦੇ ਨੇ, ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਢਿਆਰੀ। ਚਾਹੀਦਾ ਸੀ ਤੈਨੂੰ ਦੇਵਤਿਆਂ ਦੇ ਰਾਜੇ ਵਰਗਾ ਤੂੰ ਸੁੰਦਰ ਮਹਿਲ ਬਣਾਇਆ, ਰੈਣ ਵਸੇਰਾ ਬਣਾਇਆ, ਭਾਵੇਂ ਘਰ ਬਾਹਰ ਲਿਖਿਆ ਗਰੀਬ ਦਾ ਆਲਣਾ, ਪਰ ਅੰਦਰੋਂ ਪਤਾ ਲੱਗਦਾ ਕਿੰਨੀਆਂ ਮੰਜ਼ਿਲਾਂ ਨੇ। ਭਾਵੇਂ ਘਰ ਵਿੱਚ ਮੈਂਬਰ 4 ਨੇ, ਪਰ ਕਮਰੇ 11 ਹੁੰਦੇ ਨੇ। ਭਾਵੇਂ ਇੱਕ ਦਿਨ ਵਿੱਚ ਸਾਰੇ ਕਮਰੇ ਜਾਣਾ ਵੀ ਨਸੀਬ ਨਾ ਹੋਵੇ, ਪਰ ਹਉਮੈ ਹੁੰਦੀ ਹੈ ਕਿ ਮੇਰੇ ਨਾਲ ਦੀ ਕੋਠੀ ਆਂਢ ਗੁਆਂਢ ਕਿਸੇ ਦੀ ਹੋਵੇ ਨਾ, ਮੇਰੀ ਵਰਗੀ ਗੱਡੀ ਨਾ ਕਿਸੇ ਕੋਲ ਹੋਵੇ, ਅਤੇ ਮੇਰੇ ਵਰਗਾ ਬਸਤਰ ਨਾ ਕਿਸੇ ਕੋਲ ਹੋਵੇ। ਹਉਮੈ ਹੁੰਦੀ ਹੈ। ਅਤੇ 4 ਕੈਂਚ ਵੇਲੇ ਹੀ ਕਈ ਵਾਰੀ ਕਤਲ ਹੁੰਦੇ ਆ। ਵੱਡੀਆਂ ਵੱਡੀਆਂ ਕੋਠੀਆਂ ਕੁੱਲੀਆਂ ਉਡਾਈਆਂ ਜਾਂਦੀਆਂ ਨੇ, ਅਤੇ ਸਾਧ ਸੰਗਤ ਦੀ ਆਪਣਾ ਪਲਾਟ ਚੌਰਸ ਕਰ ਲਈ, ਕਈ ਵਾਰੀ ਗੁਆਂਢੀਆਂ ਦੇ ਵੀ ਕਈ ਵਾਰੀ 2-2 ਫੁੱਟ ਰੁਕਣੇ ਪੈਂਦੇ, ਕੇਸ ਚੱਲਦੇ ਨੇ। ਇਸ ਲਈ ਪਾਤਸ਼ਾਹ ਕਹਿੰਦੇ ਨੇ,
राखो कांदो सारो नीवा साढ़े तीन हाथ तेरी सीमा बांके बाल पाग सिर डेरी ए तन होए गो भस्म की टेरे उच्चे मंदिर सुंदर नारे। ते शाहूकार दे पुत्र दोवें घर वालियां वो कहंदियां सानू तां महल इधरों चाहिदा उन्हां दे हौमे अंदर परिवार विच झगड़ा पिया होवे। उच्चे मंदिर सुंदर नारे राम नाम बिन बाडे हारी। परमेश्वर के सिमरन तो बिना ये जीवन की बारी तू हार के जा रहे हैं। तो सत्संग जी अक्सर सत्संग जी गुरु के लाड़ियां संगतां पढ़िया करदियां सन। उच्चर मंदिर सुंदर कर नारे बाडी हारी नाम तो बिना। उच्चे मंदिर ते सुंदर कर नारे बाडी हारी नाम तो बिना। बाजी हारी नाम तो बिना ऊंचे मंदिर सुंदर नारी राम नाम बिन बाडी हारी। मेरी जात कमीनी पात कमीनी ऊंचा जन्म हमारा तुम शरणागत राजा रामचंद कह रविदास चमारा जी बाजी हारी। बाजी हारी नाम तो बिना हर के नाम बिना हर के नाम बिना झूठे सगल पसारे जी बारी हारी बाजी हारी नाम तो बिना। इसलिए सत्संग जी पातशाह समझाते ने कि गुरसख सत्संगी जनों कहते हुण तुसीं अपने परिवारां दे पिछे लग के परिवार नूं तोड़ रहे हैं ते धी दी कुर्बानियां जिहने अपना सारा ही जो भी उहदे कोल प्रॉपर्टी सी उस अपने पिता दे सत्कार अंदर अड होनहार सुहागण होण दा सबूत दिता है। पर तुसीं अपने घर वालियां तुहाडियां भी घर वालियां होई नहीं भी किसी दियां धीआं ने भी ते सुहागणा ने पर समझ किहनूं पईए। उसे नूं पातशाह कहंदे ने संगत का गुण बहुत अदकाई जिन्हां नूं सतगुरां दी संगत नसीब होई है। उसे नूं भाई साहब भाई गुरदास जी कहंदे ने मानस जन्म अमोल है हुए अमोल साध संग पाए अखीं दुई निर्मूल का सतगुर दरस ध्यान लगाई। मनुखा जन्म उन्हां दा अमोलक है जिन्हां नूं सत मस्तक ते सीस वो अमोलक है जिहड़े सतगुर दे बचनां नूं शब्द नूं अपने हिरदे विच वसा लैंदे अपनी मत विच वरत लैंदा है भी जिंदगी दे अंदर सतगुर दे शब्द नूं उपदेश नूं वसा करके जिंदगी नूं रोशन कर लैंदा है भाईचारा बना के रखदा है। ते अगे पातशाह दे बचन ने भाई साहब भाई गुरदास जी वचन करदे ने हस्त चरण निर्मूल का मार्ग सतगुर सेव कमाए। हथ ते चरण वो निर्मूलक ने जिहड़े सतगुर दे मार्ग ते चलदे ने चरण ते हथ सेवा करदे ने। गुरमुख हिरदा अमूल है अंतर गुर उपदेश बसाए। वो गुरमुख जिन्हां नूं सतगुर दी संगत नसीब हो जाती है उन्हां दा हिरदा अमूलक हो जाता है। सुणते दे सारे ने पर कमाया अड सुहागण धी ने। पत परवाना तोल तलाए पर जदों परचा पैंदा अज परचा पै दिया पुत कहते साडे कोल तां कुछ भी नहीं धी कहती मेरे को जो हो गया सारा पिता दा ही आ गड्ढ के आखू सतनाम। इसलिए सतगुरु वचन करते हैं उच्चे मंदिर सुंदर नारी राम नाम बिन वाडी हारे। नाम नाम सुनिया तो बहुत आ पर हिरदे विच वसाया नहीं मन्निया नहीं है। इसलिए पातशाह कहते ने सुनिया मन्निया मन कीता भाऊ अंतरगत तीर्थ मल नाऊ। इसलिए पातशाह कहते ने बाणी बिरलू विचार सी सुनते तो बहुत ने पर विचार विच बहुत घट लिया। बाणी बिरलू विचार सी जे को गुरमुख हुए ये बाणी महापुर के निज घर वासा हुई। जिन्हां ने हिरदे विच वसा लिया उन्हां दा निज स्वरूप अंदर वासा हो जाता है। तो अज पातशाह दे बचन ने उच्चे मंदिर सुंदर नारे राम नाम बिन वाडी हारे। ते पातशाह कहंदे मेरी जात कमीनी पात कमीनी होछा जन्म हमारा। अपने ते टुका के संसारी हालातां नूं सतगुर कहते अज हालात आ हो गया कि काम क्रोध मूह लुभ हंकार माया के जिहड़े पंज दूत आ कि सतसंगडी लोभी जंतन बुढ़े ते सतसंग जिहड़ा लोभी बंदा होवे ना पक्ष अपक्ष सफाए ते सारे लोभी दी ते पातशाह ने प्रमाण कहते कुत्ते वाली हालत होती जिद्दां हल्किया कुत्ता हुंदा ना वो फिर सतसंग जी जायदाद खातर अपने भरा का भी कतल कर दिंदा है। अज आपां दिखदे हो रहे ने। इसलिए पातशाह कहते ने मेरी जात कमीनी मेरा सुभाਅ जिहड़ा है काम क्रोध मूह लुभ अहंकार विच फस के बेकारी हो गया बेकारां नाल भर गया भैड़ा हो गया विचार भैड़े हो गए ने। मेरी जात कमीनी पात कमीनी क्योंकि माया दी पंज दूत जिहड़े अत घटिया ने काम क्रोध मूह लुभ अहंकार उन्हां दी वंश आ
ਤੇ ਇਸ ਕਰਕੇ ਉਹ ਅਸਰ ਕਰ ਜਾਂਦੇ ਨੇ ਸਾਡੇ ਤੇ। ਅਸੀਂ ਇਸੇ ਕਰਕੇ ਵਿਕਾਰਾਂ ਵਿੱਚ ਗਰਸੇ ਜਾਂਦੇ ਹਾਂ। ਭਾਈ ਭਾਈ ਤੋਂ ਨਫ਼ਰਤ ਕਰਦਾ ਹੈ, ਪੁੱਤ ਧੀ ਤੋਂ, ਪੁੱਤ ਪਿਤਾ ਤੋਂ, ਪਿਤਾ ਪੁੱਤ ਤੋਂ ਨਫ਼ਰਤ ਕਰਦਾ ਹੈ, ਕਿਉਂਕਿ ਵਿਕਾਰੀ ਹੈ, ਹਉਮੈ ਹੈ, ਲੋਭ ਹੈ, ਅਹੰਕਾਰ ਹੈ। ਤੇ ਸਾਧ ਸੰਗਤ ਜੀ, ਪਾਤਸ਼ਾਹ ਨੇ ਬਚਨ ਕਹਿ ਦਿੱਤਾ, ਮੇਰੀ ਜਾਤ ਕਮੀਨੀ ਪਾਤ ਕਮੀਨੀ ਹੂਛਾ ਜਨਮ। ਜਦ ਵਿਕਾਰ ਰਚ ਗਏ ਨੇ, ਵਿਚਾਰ ਭੈੜੇ ਹੋ ਗਏ ਨੇ, ਸੋਚ ਭੈੜੀ ਹੋ ਗਈ, ਤੇ ਸਾਰਾ ਜੀਵਨ ਚਾਹੀਦਾ ਸੀ ਪਰਿਵਾਰ ਦੀ, ਸਮਾਜ ਦੀ, ਦੇਸ਼ ਦੀ ਤਰੱਕੀ ਲਈ ਲਾਇਆ, ਪਰ ਆਪੋ ਆਪਣੀ ਪੈ ਗਈ, ਆਪਣੇ ਲਈ ਜੋ ਕੁਝ ਆਵੇ ਮੇਰਾ ਆਵੇ। ਤੇ ਮਿਹਨਤੀ ਕਾਰੋਬਾਰ ਅੰਦਰ ਜਿਹੜੇ ਕਿਤੇ ਮਿਹਨਤੀ ਕਾਰੀਗਰ ਹੈ, ਉਹਨਾਂ ਦੀ ਮਿਹਨਤ ਵੀ ਪੂਰੀ ਨਹੀਂ ਦਿੱਤੀ, ਤੇ ਸਾਧ ਸੰਗਤ ਜੀ ਤਸ਼ੱਦਦ ਕੀਤਾ ਹੈ। ਇਸ ਲਈ ਪਾਤਸ਼ਾਹ ਕਹਿੰਦੇ ਨੇ, ਮੇਰੀ ਜਾਤ ਕਮੀਨੀ ਪਾਤ ਕਮੀਨੀ ਹੂਛਾ ਜਨਮ ਹਮਾਰਾ। ਸਾਰਾ ਜੀਵਨ ਹੀ ਮਾਇਆ ਦੀ ਮਦਹੋਸ਼ ਅੰਦਰ ਲੰਘ ਗਿਆ ਹੈ। ਕਿਉਂਕਿ ਸਾਧ ਸੰਗਤ ਜੀ ਅਸਾਂ ਅੱਜ ਸਾਡੇ ਹਾਲਾਤ ਇਹ ਹੋ ਗਏ ਨੇ, ਅਸੀਂ ਧਨਪਤੀ ਤਾਂ ਧਨ ਦੀ ਪ੍ਰਾਪਤੀ ਲਈ ਤਾਂ ਹੋਸ਼ ਰੱਖਦੇ ਹਾਂ, ਪਰ ਧਰਮ ਨਹੀਂ ਕਮਾਉਂਦੇ। ਤੇ ਜਿਨ੍ਹਾਂ ਨੂੰ ਅਸੀਂ ਨਾਲ ਲੈ ਕੇ ਤਰੱਕੀਆਂ ਕਰਦੇ ਹਾਂ, ਉਹਨਾਂ ਦੀ ਵੀ ਕੋਈ ਵਾਜਬ ਤਨਖਾਹ ਬਣਦੀ ਆ, ਉਹਨਾਂ ਨੂੰ ਵੀ ਮਿਹਨਤਾਨਾ ਦੇਣਾ ਬਣਦਾ ਹੈ। ਤੇ ਉੱਥੇ ਪਾਤਸ਼ਾਹ ਦੂਜੇ ਪਾਸੇ ਕਹਿੰਦੇ ਨੇ, ਅਸੀਂ ਧਨਪਤੀ ਹੋਸ਼ ਵਿੱਚ ਹਾਂ, ਧਰਮਪਤੀ ਹੋਸ਼ ਵਿੱਚ ਨਹੀਂ ਹਾਂ, ਧਰਮ ਨਿਭਾਉਂਦੇ ਨਹੀਂ ਹਾਂ। ਦੂਸਰੇ ਪਾਸੇ ਪਰਿਵਾਰ ਪ੍ਰਤੀ ਤਾਂ ਅਸੀਂ ਸੁਚੇਤ ਹਾਂ, ਪਰਿਵਾਰ ਨੂੰ ਸਾਰੀਆਂ ਲੋੜਾਂ ਨੇ, ਪਰ ਕਰਤਾਰ ਕਰਤਾ ਪਰਮੇਸ਼ਰ ਜੀ ਨੇ ਸਾਨੂੰ ਸਭ ਕੁਝ ਦਿੱਤਾ ਹੈ, ਉਹਦੇ ਪ੍ਰਤੀ ਤਾਂ ਫਿਰ ਸਾਧ ਸੰਗਤ ਜੀ ਕਹਿੰਦੇ ਕੋਈ ਗੱਲ ਨਹੀਂ, ਅੱਜ ਨਹੀਂ ਤਾਂ ਫੇਰ ਸਹੀ, ਫੇਰ ਨਹੀਂ ਤਾਂ ਫੇਰ ਸਹੀ। ਤੇ ਸਾਧ ਸੰਗਤ ਜੀ ਪਦਾਰਥਾਂ ਪ੍ਰਤੀ, ਪਦਾਰਥ ਆਪਣੇ ਘਰ ਵਿੱਚ ਕਹਿੰਦੇ ਸਾਰੇ ਚਾਹੀਦੇ ਆ, ਪਰ ਪਰਮਾਤਮਾ ਦੇ ਧੰਨਵਾਦ ਲਈ ਸਾਡੇ ਕੋਲ ਅੱਧਾ ਘੰਟਾ ਵੀ ਹੈ ਨਹੀਂ। ਇਸ ਲਈ ਸੰਸਾਰ ਦੇ ਵਿੱਚ ਸ਼ੋਭਾ ਵਡਿਆਈ ਲਈ ਤੇ ਦੇਖਦੇ ਹਾਂ ਸਾਧ ਸੰਗਤ ਜੀ, ਵੋਟਾਂ ਵੇਲੇ ਹਜ਼ਾਰਾਂ ਰੁਪਈਏ ਵੰਡੇ ਜਾਂਦੇ ਤੇ ਨਸ਼ੇ ਵੀ ਵੰਡੇ ਜਾਂਦੇ ਆ, ਤੇ ਸਾਧ ਸੰਗਤ ਜੀ ਦੁਨੀਆ ਦੀ ਤਬਾਹੀ ਮਚਾਈ ਜਾਂਦੀ ਆ, ਤੇ ਬਾਅਦ ਵਿੱਚ ਆਪਣੇ ਸਾਹਮਣੇ ਆ। ਤੇ ਸਾਧ ਸੰਗਤ ਜੀ ਕਰਤਾਰ ਦੀ ਖੁਸ਼ੀ ਲੈਣ ਲਈ, ਮਨੁੱਖਤਾ ਦੀ ਭਲਾਈ ਲਈ ਅੱਜ ਤੱਕ ਸਾਧ ਸੰਗਤ ਜੀ ਨਾਲੀਆਂ ਨਹੀਂ ਬਣੀਆਂ। 70 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ। ਤੇ ਅੱਜ ਪਾਤਸ਼ਾਹ ਬਚਨ ਕਰਦੇ ਨੇ, ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਡੀ ਹਾਰੀ। ਗਿਆਨ ਤੋਂ ਬਿਨਾਂ, ਗਿਆਨ ਤੇ ਪਤਾ ਦਾ ਹੈ ਉਸ ਪਾਤਸ਼ਾਹ ਨੂੰ, ਉਸ ਕਹਿੰਦੇ ਹਾਥ ਦੀਪ ਕੂਏ ਪਰੇ ਕਾਹੇ ਕੀ ਕੁਸਲਾਤ। ਹੱਥ ਦੇ ਉੱਤੇ ਦੀਵਾ ਆ, ਪਰ ਧਰਮ ਨਿਭਾਉਂਦੇ ਨਹੀਂ, ਆਪਣਾ ਫਰਜ਼ ਨਿਭਾਉਂਦੇ ਨਹੀਂ। ਤੇ ਇਸ ਲਈ ਪਾਤਸ਼ਾਹ ਕਹਿੰਦੇ ਕਾਹਦੀ ਸਿਆਣਪ ਆ, ਕਾਹਦੀ ਮੱਤ ਆ, ਕਾਹਦੀ ਅਕਲਮੰਦ। ਇਸ ਲਈ ਕਰਤੂਤ ਪਸ਼ੂ ਕੇ ਮਾਨਸ ਜਾਤ, ਲੋਕ ਪ੍ਰਚਾਰਾ ਕਰੇ ਦਿਨ ਰਾਤ। ਦਿਖਾਵੇ ਲਈ ਤਾਂ ਬੜਾ ਕੁਝ ਕਰਦੇ ਹਾਂ, ਪਰ ਅੰਦਰੋਂ ਜੋ ਕੁਝ ਹੈ ਉਹ ਤਾਂ ਕਰਤਾ ਜਾਣਦਾ ਹੈ। ਇਸ ਲਈ ਪਾਤਸ਼ਾਹ ਕਹਿੰਦੇ ਨੇ, ਮੇਰੀ ਜਾਤ ਕਮੀਨੀ ਪਾਤ ਕਮੀਨੀ ਹੂਛਾ ਜਨਮ ਹਮਾਰਾ। ਹੂਛੇ ਪਾਉਣੇ ਦੇ ਵਿੱਚ ਸਾਰਾ ਜਨਮ ਹੀ ਵਿਅਰਥ ਗਵਾ ਦਿੱਤਾ ਹੈ। ਦੁਰਲੱਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬ ਅਗਿਆਨਤਾ ਵਸ। ਬੇਸਮਝੀ ਕਾਰਨ ਵਿਅਰਥ ਚਲੇ ਗਿਆ। ਹੂਛਾ ਜਨਮ ਹਮਾਰਾ। ਇਹ ਸੰਸਾਰ ਦੇ ਹਾਲਾਤਾਂ ਨੂੰ ਸਤਿਗੁਰਾਂ ਨੇ ਆਪਣੇ ਤੇ ਢੁਕਾ ਕੇ ਸ਼ਾਹੂਕਾਰ ਦੇ ਬੱਚਿਆਂ ਨੂੰ ਸਮਝਾਉਣ ਲਈ ਗਿਆਨ ਵੰਡਿਆ। ਤੇ ਪਾਤਸ਼ਾਹ ਕਹਿੰਦੇ ਨੇ, ਤੁਮ ਸਰਨਾਗਤ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ। ਸਾਹਿਬ ਸਤਿਗੁਰੂ ਦਾਸ ਮਹਾਰਾਜ ਬਚਨ ਕਰਦੇ ਨੇ, ਹੇ ਰਵਿਦਾਸ ਕਹਿ ਦੇ, ਹੁਣ ਸੱਚ ਕਹਿ ਦੇ ਕਿ ਇਹ ਪਰਮ ਪਿਤਾ ਪਰਮੇਸ਼ਰ ਪਰਮਾਤਮਾ ਤੇਰੀ ਮਿਹਰ ਸਦਕਾ ਤੇਰੀ ਸ਼ਰਨ ਪ੍ਰਾਪਤ ਹੋਈ ਆ, ਤੇ ਮੈਂ ਚੰਦਰਮਾ ਬੱਤ ਤੇਰੀ ਸੀਤਲਤਾ ਪ੍ਰਾਪਤ ਕਰਨ ਲਈ ਹਰ ਸਮੇਂ ਤੇਰੇ ਸਿਮਰਨ ਵਿੱਚ ਮਸਤ ਹਾਂ। ਤੇਰੇ ਸਿਮਰਨ ਵਿੱਚ ਸਵਾਸ ਸਵਾਸ ਜਪ ਰਿਹਾ ਹਾਂ, ਸਤਨਾਮ ਸਤਨਾਮ। ਇਸ ਲਈ ਪਰਮੇਸ਼ਰ ਤੂੰ ਮੈਨੂੰ ਨਿਹਾਲ ਕਰ ਦਿੱਤਾ ਹੈ। ਭਾਵ ਦਾਰ ਦੇਖ ਸਭ ਕੋ ਸੀ, ਐਸੀ ਦਸ਼ਾ ਹਮਾਰੀ 8-10 ਕਰ ਤਲੇ ਦੁਨੀਆ ਤੇ ਮਖੌਲ ਕਰਦੀ ਸੀ। ਅੱਜ ਤੂੰ ਆਪਣਾ ਸਰੂਪ 18 ਸ਼ਕਤੀਆਂ 9 ਖਜ਼ਾਨੇ ਬਖਸ਼ ਦਿੱਤੇ ਨੇ। ਇਸ ਲਈ ਪਰਮੇਸ਼ਰ, ਇਹ ਚੰਦਰਮਾ ਸੀਤਲਤਾ ਬਖਸ਼ਣ ਵਾਲੇ ਪਰਮ ਪਿਤਾ ਪਰਮੇਸ਼ਰ, ਮੈਂ ਤੇਰੀ ਸ਼ਰਨ ਵਿੱਚ, ਤੇਰੀ ਗੁਣ ਗਾਉਣ ਵਿੱਚ, ਤੇਰੇ ਸਿਮਰਨ ਵਿੱਚ ਸਦੀਵ ਕਾਲ ਸਵਾਸ ਸਵਾਸ ਮਸਤ ਹਾਂ। ਇਸ ਲਈ ਧੰਨ ਸਤਿਗੁਰੂ ਰਾਮਦਾਸ ਪਾਤਸ਼ਾਹ, ਚੌਥੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਚਨ ਆਖਿਆ ਸੀ, ਰਵਿਦਾਸ ਚਮਾਰੇ ਉਸ ਤਤ ਕਰੇ, ਹਰ ਕੀਰਤ ਨਿਮਖ ਇੱਕ ਗਾਏ। ਪਤ ਤੇਜਾ ਤੇ ਉੱਤਮ ਭਇਆ, ਚਾਰ ਵਰਣ ਪਏ ਪਗ ਆਏ। ਸਤਿਗੁਰੂ ਰਵਿਦਾਸ ਜੀ ਨੇ ਪਰਮ ਪਿਤਾ ਪਰਮੇਸ਼ਰ ਦੀ ਸਿਮਰਨ ਦੇ ਅੰਦਰ ਨਿਮਕ ਪਲ ਸਵਾਸ ਸਵਾਸ ਸਿਮਰਨ ਵਿੱਚ ਲਾਇਆ, ਯਾਦ ਵਿੱਚ ਲਾਇਆ ਹੈ। ਆਪਣੀ ਤੇ ਮਨੁੱਖਤਾ ਦੀ ਭਲਾਈ ਲਈ ਜੀਵਨ ਲਾਇਆ ਹੈ। ਲੱਖਾਂ ਕੋਹ ਪੈਂਡਾ ਪੈਦਲ ਚੱਲ ਕੇ ਮਨੁੱਖਤਾ ਨੂੰ ਵਿਸ਼ਵ ਤੇ ਸਾਂਝੀਵਾਲਤਾ ਦਾ ਬਾਣੀ ਦਾ ਗਿਆਨ ਵੰਡਿਆ ਹੈ।
ਇਸ ਨੂੰ ਪਾਤਸ਼ਾਹ ਨੇ ਆਖਿਆ ਸੀ, ਕੂ ਬਣਜਾਰੂ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੀ, ਹੋਂ ਬਣਜਾਰੂ ਰਾਮ ਕੋ ਸਹਿਜ ਕਰੋ ਅੱਡ। ਸਾਸਨੀ ਪਰਿਵਾਰ ਦੇ ਸਾਨੂੰ ਗ੍ਰਸਤੀ ਜੀਵਾਂ ਨੂੰ ਇੱਕ ਪੰਛੀ ਦੀ ਮਿਸਾਲ ਦੇ ਕੇ ਸਮਝਾਉਂਦੇ ਨੇ ਕਿ ਸੰਸਾਰ 'ਤੇ ਤੁਸੀਂ ਕਿਵੇਂ ਰਹਿਣਾ ਹੈ। ਅਤੇ ਪਾਤਸ਼ਾਹ ਨੇ ਜਦੋਂ ਸਤਿਗੁਰਾਂ ਨੇ ਬਚਨ ਕੀਤੇ ਅਤੇ ਸਾਧ ਸੰਗਤ ਦੀ ਉਹ ਧੀ ਜਿਹਦੇ ਸਿਰ 'ਤੇ ਸਤਿਗੁਰ ਹੱਥ ਰੱਖੇ, ਪਾਤਸ਼ਾਹ ਨੇ ਕਹਿਤਾ ਸਹਿ ਕੀ ਸਾਰ ਸੁਹਾਗਣ ਜਾਨੇ। ਪਰਿਵਾਰ ਦੀ ਸੰਭਾਲ, ਪਰਿਵਾਰ ਦੀ ਤਰੱਕੀ ਲਈ ਇੱਕ ਸੁਹਾਗਣ, ਜਿਹਨੂੰ ਪਾਤਸ਼ਾਹ ਕਹਿੰਦੇ ਸੁਹਾਗਣ ਕਾ ਕਿਆ ਚਿਹਨ ਹੈ, ਅੰਦਰ ਸੱਚ ਮੁਖ ਉਜਲਾ, ਖਸਮੇ ਮਾਹੇ ਸਮ। ਆਪਣੇ ਪਰਿਵਾਰ ਲਈ, ਆਪਣੇ ਪਿਤਾ ਲਈ, ਆਪਣੇ ਪਤੀ ਲਈ, ਦੋ ਪਰਿਵਾਰਾਂ ਲਈ ਜਿੰਦ ਵਾਰ ਸਕਦੀ ਆ, ਉਹਨੂੰ ਸੁਹਾਗਣ ਕਹਿੰਦੇ ਆ। ਇਸ ਸਤਿਗੁਰੂ ਰਵਿਦਾਸ ਜੀ ਮਹਾਰਾਜ ਇਸਤਰੀ ਦੀ ਹੱਕ ਦੇ ਅੰਦਰ, ਇਸਤਰੀ ਦੀ ਸਾਧ ਸੰਗਤ ਦੀ ਭਲਾਈ ਲਈ, ਇਸਤਰੀ ਦੇ ਗੁਣਾਂ ਨੂੰ ਜੇ ਪ੍ਰਗਟ ਕੀਤਾ ਹੈ ਸਦੀਆਂ ਪਹਿਲਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਧ ਸੰਗਤ ਦੀ ਇਸ ਧਰਤੀ ਦੇ ਉੱਤੇ ਪ੍ਰਗਟ ਕਰ ਦਿੱਤਾ ਸੀ। ਸੋ ਆਓ ਸਾਧ ਸੰਗਤ ਦੀ, ਅਤੇ ਇੰਨੀ ਜਦੋਂ ਬਚਨ ਹੋਏ ਅਤੇ ਬਾਦਸ਼ਾਹ ਸ਼ਾਹੂਕਾਰ ਦੇ ਪੁੱਤਰ ਸਾਧ ਸੰਗਤ ਦੀ ਸਤਿਗੁਰ ਦੇ ਚਰਨਾਂ ਵਿੱਚ ਲੰਮੇ ਪੈਗ ਡੰਡੌਤਾਂ ਕਰਦੇ ਨੇ ਅਤੇ ਆਪਣੇ ਭੁੱਲਾਂ ਬਖਸ਼ਾਉਂਦੇ ਨੇ। ਅਤੇ ਸਤਿਗੁਰਾਂ ਨੇ ਸਾਧ ਸੰਗਤ ਦੀ ਮਿਹਰਾਂ ਦਾ ਮੀਂਹ ਬਰਸਾ ਦਿੱਤਾ। ਅਤੇ ਅੱਜ ਸਾਨੂੰ ਵੀ ਲੋੜ ਆ, ਅਸੀਂ ਵੀ ਸਾਧ ਸੰਗਤ ਦੀ ਛੋਟੇ ਛੋਟੇ ਵਿਚਾਰਾਂ ਨੂੰ ਛੱਡ ਕੇ, ਪਰਿਵਾਰਾਂ ਦੇ ਝਗੜਿਆਂ ਨੂੰ ਛੱਡ ਕੇ, ਨਿਰੰਕਾਰ ਕਰਤਾਰ ਦੀ ਚਰਨਾਂ ਦੀ ਖੁਸ਼ੀ ਲੈਣ ਲਈ ਅਤੇ ਸਾਧ ਸੰਗਤ ਦੀ ਪ੍ਰੇਮ ਭਗਤ ਪ੍ਰਭ ਲਾਗੀ, ਸੋ ਪਾਏ ਜਿਸ ਵਡ ਭਾਗੀ। ਸਤਿਗੁਰ ਦੇ ਚਰਨਾਂ ਦੀ ਪ੍ਰੇਮ ਧਾਰਾ ਪ੍ਰਾਪਤ ਕਰਕੇ, ਪ੍ਰੇਮ ਰਸ, ਪ੍ਰੇਮਾ ਭਗਤੀ ਪ੍ਰਾਪਤ ਕਰਕੇ ਜੀਵਨ ਦੇ ਅੰਦਰ ਖੁਸ਼ੀਆਂ ਦੇ ਨਾਲ, ਗਿਆਨ ਦੇ ਨਾਲ, ਉਹ ਗਿਆਨ ਜਿਹਦਾ ਸਾਧ ਸੰਗਤ ਦੀ ਭਾਈਚਾਰਾ ਸਿਖਾਉਂਦਾ ਹੋਵੇ। ਅਤੇ ਅਸੀਂ ਉਹ ਭਾਈਚਾਰਾ ਸਤਿਗੁਰੂ ਰਵਿਦਾਸ ਜੀ ਦੇ ਬਚਨ, ਤੁਮ ਸਰਨਾਗਤ ਰਾਜਾ ਰਾਮਚੰਦਰ ਕਹਿ ਰਵਿਦਾਸ ਚ ਮਾਰਾ। ਪਰਮੇਸ਼ਰ ਕਣ ਕਣ ਵਿੱਚ ਰਮੇ ਹੋਏ ਪਰਮ ਪਿਤਾ ਪਰਮੇਸ਼ਰ, ਚੰਦਰਮਾ ਬਤ ਸੀਤਲਤਾ ਵੰਡਣ ਵਾਲੀ, ਰਹਿਮਾ ਵੰਡਣ ਵਾਲੀ, ਠੰਡਕ ਵੰਡਣ ਵਾਲੀ ਪਰਮਾਤਮਾ ਕਿਰਪਾ ਕਰ, ਸ਼ਾਂਤੀ ਵਰਤਾ। ਅਤੇ ਅੱਜ ਅਰਦਾਸ ਕਰਦੇ ਹਾਂ ਕਰੋਮਾ ਵਾਰੀ ਜੋ ਵਿਸ਼ਵ 'ਤੇ ਫੈਲੀ ਆ, ਅਤੇ ਸਾਧ ਸੰਗਤ ਦੀ ਭਾਰ ਦੇ ਅੰਦਰ, ਸਾਧ ਸੰਗਤ ਦੀ ਪੂਰੇ ਵਿਸ਼ਵ ਦੇ ਅੰਦਰ ਸਤਿਗੁਰੂ ਸ਼ਾਂਤੀ ਵਰਤਾਉਣ। ਜਗ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੇ ਤਿੱਤ ਲਿਹ ਉਪਾਰ, ਉਈਆਂ ਭੁੱਲਾਂ ਦੀ ਖਿਮਾ। ਜੈ ਗੁਰਦੀਪ, ਧੰਨ ਗੁਰਦੀਪ, ਜੈ ਸਤਿਗੁਰੂ ਰਵਿਦਾਸ ਜੀ, ਧੰਨ ਸਤਿਗੁਰੂ ਰਵਿਦਾਸ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।